ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਵੈਦਿਕ ਪੀਰੀਅਡ ਦੇ ਨਾਲ ਰਿਲੇਟਡ ਜਿਹੜਾ ਆਪਣਾ ਅੱਜ ਟੌਪਿਕ ਕਰਨ ਲੱਗੇ ਹਾਂ। ਜੇ ਤੁਸੀਂ ਨਵੇਂ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ। ਸ਼ੁਰੂ ਕਰਦੇ ਹਾਂ ਆਪਣਾ ਵੈਦਿਕ ਏਜ। ਇਹ ਆਪਾਂ ਇਸ ਦੀ ਜਿਹੜੀ ਕਲਾਸ ਲਗਾਤਾਰ ਕਰਵਾ ਰਹੇ ਹਾਂ ਉਹਦਾ ਨੈਕਸਟ ਟੌਪਿਕ ਹੈ ਦਾ ਵੈਦਿਕ ਏਜ ਡਿਵਾਈਡ ਇਨਟੂ 2 ਪਾਰਟਸ। ਵੈਦਿਕ ਏਜ ਨੂੰ ਜਿਹੜਾ ਦੋ ਭਾਗਾਂ ਦੇ ਵਿੱਚ ਵੰਡਿਆ ਸੀ, ਅਰਲੀ ਵੈਦਿਕ ਪੀਰੀਅਡ ਅਤੇ ਲੇਟਰ ਵੈਦਿਕ ਪੀਰੀਅਡ। ਅਰਲੀ ਵੈਦਿਕ ਪੀਰੀਅਡ ਨੂੰ ਰਿਗਵੈਦਿਕ ਪੀਰੀਅਡ ਵੀ ਕਿਹਾ ਜਾਂਦਾ। ਜਿਹੜਾ ਰਿਗਵੈਦਿਕ ਪੀਰੀਅਡ ਆ 1500 ਤੋਂ ਲੈ ਕੇ 1000 BC ਤੱਕ ਹੈ। ਜਿਹੜਾ ਲਿਟਰ ਵੈਦਿਕ ਪੀਰੀਅਡ 1000 ਤੋਂ 600 BC ਤੱਕ ਹੈ। ਦਾ ਅਰਲੀ ਵੈਦਿਕ ਪੀਰੀਅਡ ਇੰਪੋਰਟੈਂਟ ਸੋਰਸ ਹੈ ਜਿਹੜਾ ਰਿਗਵੇਦ। ਇਸ ਟਾਈਮ ਦਾ ਰਿਗਵੇਦ ਜਿਹੜਾ ਆਪਾਂ ਨੂੰ ਇਸ ਬਾਰੇ ਜਾਣਕਾਰੀ ਦਿੰਦਾ। ਰਿਗਵੇਦਿਕ ਹੈਜ਼ ਦਾ ਮੈਨੀ ਥਿੰਗਸ ਕਾਮਨ ਵਿਦ ਅਵਸਟਾ। ਅਵਸਟਾ ਸੀਗਾ ਇੱਕ ਜਿਹੜਾ ਓਲਡੈਸਟ ਟੈਕਸਟ ਆਫ ਦੀ ਇਰਾਨੀ ਲੈਂਗੁਏਜ ਦਾ। ਇਰਾਨੀਅਨ ਲੈਂਗੁਏਜ ਦਾ ਓਲਡੈਸਟ ਟੈਕਸਟ ਹੈ ਜੋ ਰਿਗਵੇਦ ਦੇ ਨਾਲ ਥੋੜ੍ਹਾ ਥੋੜ੍ਹਾ ਮੈਚ ਕਰਦਾ ਹੈ। ਠੀਕ ਹੈ। ਜਿਓਗ੍ਰਾਫੀਕਲ ਲੋਕੇਸ਼ਨ ਕੀ ਸੀਗੀ ਇਹਨਾਂ ਦੀ? ਅਰਲੀ ਸੈਟਲ ਇਨ ਈਸਟਰਨ ਅਫਗਾਨਿਸਤਾਨ ਦੇ ਵਿੱਚ ਜਿਹੜੇ ਉਹ ਰਹਿਣ ਲੱਗੇ ਸੀਗੇ। ਮਾਡਰਨ ਪਾਕਿਸਤਾਨ ਦੇ ਵਿੱਚ ਅਤੇ ਅੱਜ ਕੱਲ੍ਹ ਉੱਥੇ ਪੰਜਾਬ ਪਾਰਟ ਆਫ ਵੈਸਟਰਨ ਯੂਪੀ ਦੇ ਵਿੱਚ ਅਤੇ ਹੋਰ ਰੀਜਨ ਆਫ ਦਾ ਆਰੀਅਨ ਫਸਟ ਸੈਟਲ ਇਨ ਇੰਡੀਆ। ਭਾਰਤ ਦੇ ਵਿੱਚ ਸੈਟਲ ਹੋਏ ਪੰਜਾਬ ਦੇ ਵਿੱਚ ਲੈਂਡ ਆਫ 7 ਰਿਵਰਸ, ਸਬਤ ਸਿੰਧੂ ਜਿਹਨੂੰ ਕਿਹਾ ਜਾਂਦਾ, ਉੱਥੇ ਇਹ ਆਏ। ਪੋਲੀਟੀਕਲ ਕੰਡੀਸ਼ਨ ਕੀ ਸੀ ਉਸ ਟਾਈਮ? ਕਿੰਗ ਰਾਜ ਨੇ ਜਿਹੜਾ ਹੈੱਡ ਹੁੰਦਾ ਸੀ ਟਰਾਈਬਲ ਦਾ। ਠੀਕ ਹੈ। ਕੋਈ ਇਹਦਾ ਉਹਦਾ ਜਿਹੜਾ ਹੈਰੀਡੇਟਰੀ ਨਹੀਂ। ਹੈਰੀਡੇਟਰੀ ਦਾ ਮਤਲਬ ਜੇ ਅੱਜ ਪਿਓ ਦਾ ਕੱਲ੍ਹ ਨੂੰ ਪੁੱਤ ਨੂੰ ਮਿਲ ਜੂ, ਐਵੇਂ ਨਹੀਂ ਸੀਗਾ। ਠੀਕ ਹੈ। ਉੱਥੋਂ ਦੀ ਕਲੈਂਡ ਦੇ ਵਿੱਚ ਉਹਨੂੰ ਚੁਣਿਆ ਜਾਂਦਾ ਸੀਗਾ। ਜਿਹੜੀ ਅਸੈਂਬਲੀ ਹੁੰਦੀ ਸੀਗੀ ਉਹਨੂੰ ਸੰਮਤੀ ਕਿਹਾ ਜਾਂਦਾ ਸੀਗਾ। ਸੰਮਤੀ ਜਿਹੜੀ ਨੈਸ਼ਨਲ ਅਸੈਂਬਲੀ ਬਣਾਈ ਜਾਂਦੀ ਸੀ ਲੋਕਾਂ ਦੀ, ਉਹ ਹੁੰਦੀ ਸੀ। ਕਿੰਗ ਵਾਜ ਅਸਿਸਟਡ ਬਾਈ ਦੀ ਪੁਰੋਹਿਤ। ਜਿਹੜੇ ਕਿੰਗ ਨੂੰ ਸਲਾਹ ਮਸ਼ਵਰਾ ਦਿੰਦੇ ਸੀਗੇ ਉਹ ਪੁਰੋਹਿਤ ਹੁੰਦੇ ਸੀਗੇ। ਠੀਕ ਹੈ। ਜਿਹੜਾ ਸੈਨਾ ਦਾ ਹੈੱਡ ਹੁੰਦਾ ਸੀ ਉਹਨੂੰ ਸੈਨਾਨੀ ਕਿਹਾ ਜਾਂਦਾ ਸੀ। ਕੋਈ ਰੈਗੂਲਰ ਆਰਮੀ ਮੇਨਟੇਨ ਨਹੀਂ ਕੀਤੀ ਜਾਂਦੀ ਸੀ, ਮਤਲਬ ਕੋਈ ਰੈਗੂਲਰ ਆਰਮੀ ਨਹੀਂ ਰੱਖੀ ਜਾਂਦੀ ਸੀ। ਕੋਈ ਰੈਗੂਲਰ ਰਵੈਨਿਊ ਸਿਸਟਮ ਨਹੀਂ ਸੀਗਾ। ਠੀਕ ਹੈ। ਟੈਕਸ ਵਗੈਰਾ ਲੈਣ ਲਈ ਉਹਨੂੰ ਜਿਹੜਾ ਟੈਕਸ ਸਿਸਟਮ ਨੂੰ ਕੀ ਕਹਿੰਦੇ ਉਸ ਟਾਈਮ ਦੇ ਇਹਨੂੰ ਬਾਲੀ ਕਿਹਾ ਜਾਂਦਾ ਸੀਗਾ। ਠੀਕ ਹੈ। ਸੋਸਾਇਟੀ ਕਿਸ ਤਰੀਕੇ ਦੀ ਸੀ? ਫੈਮਿਲੀ ਜਿਹੜੀ ਹੁੰਦੀ ਸੀਗੀ ਉਹ ਬੇਸਿਕ ਯੂਨਿਟ ਹੁੰਦੀ ਸੀ ਸੋਸਾਇਟੀ ਦੀ। ਠੀਕ ਹੈ। ਅਤੇ ਬੰਦਾ ਮੁਖੀ ਹੁੰਦਾ ਸੀਗਾ। ਵੂਮੈਨ ਇੰਜੋਏ, ਵੂਮੈਨ ਨੂੰ ਵੀ ਇੱਕੋ ਰਾਈਟ ਜਿਹੜੇ ਉਹ ਮਿਲਦੇ ਸੀਗੇ। ਕੋਈ ਐਵੀਡੈਂਸ ਨਹੀਂ ਮਿਲਿਆ ਹੈਗਾ ਕਿ ਉੱਥੇ ਬੱਚਿਆਂ ਦਾ ਵਿਆਹ ਹੁੰਦਾ ਸੀ, ਚਾਈਲਡ ਮੈਰਿਜ ਹੁੰਦੀ ਸੀਗੀ। ਠੀਕ ਹੈ। ਡੋਰੀ ਬਰਾਈਡ ਸਿਸਟਮ ਜਿਹੜਾ ਉਹ ਉਸ ਟਾਈਮ ਚੱਲ ਹੀ ਰਿਹਾ ਸੀਗਾ। ਠੀਕ ਹੈ। ਬਰਾਊਟ ਆਊਟ ਦਾ ਵੈਦਿਕ ਪੀਰੀਅਡ ਇਸ ਐਜੂਕੇਸ਼ਨ ਨੂੰ ਮੁੱਖ ਮੰਨਿਆ ਜਾਂਦਾ ਸੀਗਾ। ਐਜੂਕੇਸ਼ਨ ਪੜ੍ਹਾਇਆ ਜ਼ਰੂਰ ਜਾਂਦਾ ਸੀਗਾ। ਅਤੇ ਘੋੜ ਦੌੜ, ਰਥ ਰੇਸ ਵਗੈਰਾ ਜਿਹੜੀ ਸਾਰੀ ਉਹ ਹੁੰਦੀ ਸੀਗੀ। ਬੰਦੇ ਅਤੇ ਬੁੜੀਆਂ ਗਹਿਣੇ ਪਾਉਂਦੀਆਂ ਸੀਗੀਆਂ। ਆਰੀਅਨ ਲਵਡ ਮਿਊਜ਼ਿਕ ਪਲੇਡ। ਆਰੀਅਨ ਨੂੰ ਮਿਊਜ਼ਿਕ ਵੀ ਪਸੰਦ ਸੀਗਾ ਅਤੇ ਬਾਂਸੁਰੀਆਂ ਵਗੈਰਾ ਉਹ ਵਜਾਉਂਦੇ ਸੀਗੇ। ਰੈਫਰੈਂਸ ਟੂ ਸਿੰਗਿੰਗ ਐਂਡ ਡਾਂਸਿੰਗ ਗਰਲਜ਼। ਕੁੜੀਆਂ ਦਾ ਜਿਹੜਾ ਡਾਂਸ ਹੁੰਦਾ ਸੀਗਾ ਅਤੇ ਉਹ ਜੂਆ ਵੀ ਖੇਡਦੇ ਸੀਗੇ। ਇਕੋਨਮੀ ਮਿਕਸ ਇਕੋਨਮੀ ਸੀ, ਖੇਤੀਬਾੜੀ ਵੀ ਕੀਤੀ ਸੀ, ਪਸ਼ੂ ਵੀ ਪਾਲਦੇ ਸੀਗੇ ਉਹ। ਠੀਕ ਹੈ। ਕਾਓ ਜਿਹੜੀ ਉਹ ਮੇਨ ਹੁੰਦੀ ਸੀਗੀ ਇਹਨਾਂ ਦੀ, ਮਤਲਬ ਕੋਈ ਜਾਇਦਾਦ ਨੂੰ ਮੇਨ ਨਹੀਂ ਮੰਨਿਆ ਜਾਂਦਾ ਸੀ। ਕਾਓ ਨੂੰ ਮੁੱਖ ਮੰਨਿਆ ਜਾਂਦਾ ਸੀਗਾ। ਸਟੈਂਡਰਡ ਯੂਨਿਟ ਆਫ ਐਕਸਚੇਂਜ ਕਾਓ ਨੂੰ ਸਟੈਂਡਰਡ ਯੂਨਿਟ ਮੰਨਿਆ ਜਾਂਦਾ ਸੀਗਾ। ਠੀਕ ਹੈ। ਕੋਇਨ ਵੀ, ਸਿੱਕੇ ਵੀ ਉਸ ਟਾਈਮ ਚੱਲਦੇ ਸੀਗੇ। ਗਾਵਤੀ ਕੀ ਹੁੰਦਾ ਸੀਗਾ? ਮੈਜਰਮੈਂਟ ਡਿਸਟੈਂਸ। ਮੈਜਰਮੈਂਟ ਨੂੰ ਡਿਸਟੈਂਸ ਨੂੰ ਮੈਜਰ ਕਰਨ ਵਾਸਤੇ ਗਾਵਤੀ। ਠੀਕ ਹੈ। ਧਿਆਨ ਰੱਖਿਓ ਤੁਸੀਂ। ਜਿਹੜੀ ਇੱਕ ਮੇਨ ਕਰੋਪ ਸੀਗੀ ਉਸ ਟਾਈਮ ਦੀ ਸਟਬਲ ਜਾਵਾ, ਜਿਹਨੂੰ ਆਪਾਂ ਬਾਰਲੇ ਕਹਿੰਦੇ, ਉਹ ਹੁੰਦੀ ਸੀ। ਜਿਹੜਾ ਰੀਜਨ ਸੀਗਾ ਇਹਨਾਂ ਦਾ ਰਿਲੀਜਨ ਉਹ ਕੀ ਸੀ? ਰਿਗਵੇਦਾ ਬਿਕਮ ਦਾ ਨੋਨ ਦੈਟ 33 ਰਿਗਵੇਦ ਦੇ ਅਨੁਸਾਰ 33 ਗੋਡ ਸੀਗੇ। ਇਹਨੂੰ 3 ਭਾਗਾਂ ਵਿੱਚ ਅੱਗੇ ਵੰਡਿਆ ਹੋਇਆ ਹੈਗਾ। ਵਰਨਾ, ਸੂਰੀਆ, ਅਦਿਤੀ ਐਂਡ ਸਾਵਿਤਰੀ ਇਹ ਮੁੱਖ ਗੋਡ ਸੀਗੇ ਇਹਨਾਂ ਦੇ। ਇੰਦਰਾ, ਰੁਦਰਾ, ਮਾਰੂਤਸ ਵਰ ਐਟਮੋਸਫੀਰਿਕ ਗੋਡ ਸੀਗੇ ਇਹਨਾਂ ਦੇ, ਜਾਣੀ ਕਿ ਜਲਵਾਯੂ ਦੇ। ਅਗਨੀ, ਸੋਮਾ, ਪ੍ਰਿਥਵੀ ਇਹ ਧਰਤੀ ਵਾਲੇ ਇਹਨਾਂ ਦੇ ਦੇਵਤੇ ਸੀਗੇ। ਦਾ ਆਰੀਅਨਸ ਪਾਰਟੀਸਿਪੇਟਡ ਇਨ ਨੈਚੁਰਲ ਫੋਰਸ। ਅਤੇ ਉਹ ਕੁਦਰਤੀ ਸ਼ਕਤੀਆਂ ਦੇ ਵਿੱਚ ਉਹ ਜਿਹੜਾ ਵਿਸ਼ਵਾਸ ਕਰਦੇ ਸੀਗੇ। ਮੰਦਰ ਵਗੈਰਾ ਦੇ ਵਿੱਚ ਜਿਹੜਾ ਉਹ ਉੱਥੇ ਉਹ ਨਹੀਂ ਜਾਂਦੇ ਸੀਗੇ। ਠੀਕ ਹੈ। ਮੰਦਰਾਂ ਵਗੈਰਾ ਦੀ ਪੂਜਾ ਨਹੀਂ ਕਰਦੇ ਸੀਗਾ। ਜਿਓਗ੍ਰਾਫੀਕਲ ਕੰਡੀਸ਼ਨ ਕੀ ਸੀਗੀ? ਲੈਟਰ ਵੈਦਿਕ ਪੀਰੀਅਡ ਸ਼ੁਰੂ ਹੁੰਦਾ ਇੱਥੋਂ ਆਪਣਾ ਲੈਟਰ ਵੈਦਿਕ ਵਿੱਚ ਦੇ ਵਿੱਚ। ਠੀਕ ਹੈ। ਅਤੇ ਉਹ ਯੂਪੀ ਦੇ ਵਿੱਚ ਆ ਗਏ ਸੀਗੇ। ਸਾਰਾ ਪੰਜਾਬ ਕਵਰ ਕਰ ਲਿਆ ਸੀਗਾ ਉਹਨਾਂ ਨੇ। ਠੀਕ ਹੈ। ਗੰਗਾ ਜਮਨਾ ਦੁਆਬ ਵੀ ਸਾਰਾ ਉਹਨਾਂ ਨੇ ਕਵਰ ਕਰ ਲਿਆ ਸੀਗਾ। ਸ਼ੁਰੂ ਦੇ ਵਿੱਚ ਜਦੋਂ ਉਹ ਰਹਿਣ ਲਈ ਉਹਦਾ ਥਾਂ ਤਿਆਰ ਕਰਦੇ ਸੀਗੇ ਤਾਂ ਉਹਨੂੰ ਸਾਰੇ ਕਿਤੇ ਜਲਾ ਕੇ, ਜਾਣੀ ਕਿ ਅੱਗ ਨਾਲ ਮਚਾ ਕੇ ਉਹਦਾ ਥਾਂ ਕਲੀਅਰ ਕਰ ਲੈਂਦੇ ਸੀਗੇ। ਅਤੇ ਆਇਰਨ ਵਗੈਰਾ ਉਹ ਯੂਜ਼ ਕਰਨ ਲੱਗੇ ਸੀਗੇ। ਪੋਲੀਟੀਕਲ ਕੰਡੀਸ਼ਨ ਕੀ ਸੀ ਉਸ ਟਾਈਮ ਦੀ? ਤਾਂ ਜਿਹੜਾ ਉਹ ਰਾਜਾ ਹੁੰਦਾ ਸੀਗਾ ਉਹ ਹੈੱਡ ਹੁੰਦਾ ਸੀਗਾ। ਠੀਕ ਹੈ। ਕੋਈ ਅਸੈਂਬਲੀ ਵਗੈਰਾ ਦਾ ਨਾ ਕੋਈ ਹੋ ਨਹੀਂ ਰਿਹਾ, ਸਭਾ ਸੰਮਤੀ ਵਗੈਰਾ ਦਾ ਕੋਈ ਪਾਵਰਫੁੱਲ ਨਹੀਂ ਰਿਹਾ। ਵੂਮੈਨ ਨੂੰ ਅਸੈਂਬਲੀ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਸੀਗਾ। ਅਤੇ ਰੈਗੂਲਰ ਆਰਮੀ ਮੇਨਟੇਨ ਕੀਤੀ ਜਾਂਦੀ ਸੀ ਅਤੇ ਰਾਜੇ ਦੀ ਰੱਖਿਆ ਕਰਨ ਵਾਸਤੇ। ਸੋਸ਼ਲ ਲਾਈਫ ਉਸ ਟਾਈਮ ਦੀ ਕਿਵੇਂ ਜੀ ਸੀਗੀ? 4 ਡਿਵੀਜ਼ਨਾਂ ਦੇ ਵਿੱਚ ਵੰਡਿਆ ਹੋਇਆ ਸੀਗਾ, ਜਿਵੇਂ ਬ੍ਰਾਹਮਣ, ਕਸ਼ੱਤਰੀ ਹੈ, ਵੈਸਿਆ, ਸ਼ੂਦਰ। ਠੀਕ ਹੈ।
ਜਿਹੜੇ ਬ੍ਰਾਹਮਣ ਹੁੰਦੇ ਸੀਗੇ ਉਹ ਟੀਚਰ ਅਤੇ ਪੈਰਿਸ ਹੁੰਦੇ ਸੀਗੇ, ਉਹਨਾਂ ਦੇ ਕਸ਼ਤਰੀ ਦੇ ਵਿੱਚ ਵਾਰੀਅਰਸ, ਜਿਵੇਂ ਕੋਈ ਸੈਨਾ ਸੂਨਾ ਦੇ ਵਿੱਚ ਕੰਮ ਕਰਦੇ ਸੀਗੇ ਉਹ ਹੋ ਗਏ, ਰੂਲਰਸ ਹੋ ਗਏ ਜਿਹੜੇ, ਠੀਕ ਹੈ। ਵੈਸ਼ਿਆ ਦੇ ਵਿੱਚ ਐਗਰੀਕਲਚਰਲ ਅਤੇ ਟਰੇਡਰ ਹੋ ਗਏ ਸੀਗੇ। ਸ਼ੂਦਰ ਦੇ ਵਿੱਚ ਆਰਟੀਸੀਅਨ ਲੇਬਰ, ਜਿਹੜੇ ਤਿੰਨੇ ਕਲਾਸਾਂ ਦੀ ਸੇਵਾ ਕਰਦੇ ਸੀਗੇ। ਵੂਮੈਨ ਨੂੰ ਵੀ ਇੰਜੋਏ ਮਿਲਦੀ ਸੀ, ਫਰੀਡਮ ਇੰਜੋਏ ਕਰਦੇ ਸੀਗੇ ਇਕੁਅਲ। ਪਰ ਹੌਲੀ ਹੌਲੀ ਉਹਨਾਂ ਦੀ ਸਥਿਤੀ ਹੈ ਜਿਹੜੀ ਉਹ ਖਰਾਬ ਹੁੰਦੀ ਜਾ ਰਹੀ ਸੀ। ਘੋੜ ਦੌੜ ਅਤੇ ਜੁਗਾਮ ਯੁਕਰੀ ਚੱਲਦਾ ਸੀਗਾ, ਇਹਨਾਂ ਦਾ ਖੇਡਦੇ ਸੀ ਵੀ। ਅਤੇ ਇਹਨਾਂ 4 ਜਾਤਾਂ ਤੋਂ ਬਿਨਾਂ ਹੋਰ ਜਾਤਾਂ 'ਚ ਵੀ ਅੱਗੇ ਅੱਗੇ ਇਹਨਾਂ ਨੂੰ ਵੰਡਿਆ ਜਾ ਰਿਹਾ ਸੀਗਾ। ਲਾਈਫ ਇਜ਼ ਮੈਨ ਡਿਵਾਈਡ ਇੰਟੂ 4 ਆਸ਼ਰਮ, 4 ਆਸ਼ਰਮ ਲਾਈਫ ਨੂੰ 4 ਭਾਗਾਂ ਵਿੱਚ ਵੰਡਿਆ ਗਿਆ। ਬ੍ਰਹਮਚਾਰੀ, ਗ੍ਰਹਿਸਥ, ਸੰਨਿਆਸ, ਵਨਪ੍ਰਸਥ, ਠੀਕ ਹੈ। 8 ਤਰ੍ਹਾਂ ਦੀਆਂ ਉਸ ਟਾਈਮ ਦੇ ਵਿੱਚ ਜਿਹੜੀਆਂ ਮੈਰਿਜਸ ਹੁੰਦੀਆਂ ਸੀਗੀਆਂ। ਐਗਰੀਕਲਚਰ ਬੇਸ ਇਕੋਨਮੀ ਸੀਗੀ ਉਸ ਟਾਈਮ ਵੀ। ਨਾਸ਼ਿਕਾ ਇੱਕ ਤਰ੍ਹਾਂ ਦਾ ਸਿੱਕਾ ਸੀਗਾ। ਨਾਸ਼ਿਕਾ ਰਿਪਲੇਸ ਕਾਓ ਐਜ ਏਜੰਟ, ਕਾਓ ਦੀ ਵੈਲਿਊ ਜਿਹੜੀ ਉਹ ਘਟ ਰਹੀ ਸੀ, ਸਿੱਕੇ ਚੱਲਣ ਲੱਗੇ ਸੀਗੇ। ਰਿਗਵੇਦਾ ਓਨਲੀ ਗੋਲਡ ਐਂਡ ਕਾਪਰ ਔਰ ਬ੍ਰੌਂਜ, ਬਟ ਲੈਟਰ ਵੈਦਿਕ ਟੈਕਸਟ ਮੈਂਸ਼ਨ ਟੀਨ ਲੀਡ ਸਿਲਵਰ, ਸਾਰਾ ਕੁਛ ਉਹ ਚੂਜ਼ ਕਰਨ ਲੱਗੇ ਸੀਗੇ। ਲੈਟਰ ਵੈਦਿਕ ਕਾਲ ਦਾ ਰਿਲੀਜਨ ਕਿਹਾ ਜਾਂਦਾ ਸੀ। ਰਿਚੁਅਲਸ ਬਿਕਮਸ ਮੋਡਰਨ ਕਲਚਰ ਆਫ ਸੈਕਰੀਫਾਈਸ, ਯਾਨੀ ਕਿ ਰੀਤੀ ਰਿਵਾਜ ਵੀ ਵੱਧ ਗਏ ਸੀਗੇ। ਇੰਦਰ ਵਰਨਾ ਸੂਰਿਆ ਅਗਨੀ ਆਪਦੀ ਜਿਹੜੀ ਇੰਪੋਰਟੈਂਸ ਆ ਉਹ ਇਹ ਖਵਾ ਚੁੱਕੇ ਸੀਗੇ। ਪ੍ਰਜਾਪਤੀ ਬਿਕਮ ਸੁਪਰੀਮ ਗੋਡ, ਪ੍ਰਜਾਪਤੀ ਬਣ ਗਿਆ ਸੀਗਾ। ਵਿਸ਼ਨੂੰ ਕੇਮ ਟੂ ਦ ਕਮਿਊਨੀਕੇਸ਼ਨ ਐਜ਼ ਦੀ ਸਰਵਰ ਐਂਡ ਪ੍ਰੋਟੈਕਟਰ ਆਫ ਦੀ ਪੀਪਲ, ਜਿਹੜਾ ਵਿਸ਼ਨੂੰ ਸੀਗਾ ਲੋਕਾਂ ਨੂੰ ਉਹਦਾ ਰੱਖਿਆ ਦਾ ਦੇਵਤਾ ਮੰਨਣ ਲੱਗੇ ਸੀਗੇ, ਠੀਕ ਹੈ। ਦਾ ਵੈਦਿਕ ਲਿਟਰੇਚਰ ਵਿੱਚ ਸਭ ਤੋਂ ਵੱਡੀ ਮੇਨ ਗੱਲ ਕੀ ਹੈ? ਸਭ ਤੋਂ ਵੱਡਾ ਮੇਨ ਵੇਦ, ਠੀਕ ਹੈ। ਸਭ ਤੋਂ ਵੱਧ ਮੇਨ ਵੇਦ ਹੈ। ਦਾ ਵਰਡ ਵੇਦਾ ਦਾ ਮਤਲਬ ਕੀ ਹੁੰਦਾ? ਵੇਦ ਦਾ ਮਤਲਬ ਹੁੰਦਾ ਨੌਲੇਜ, ਠੀਕ ਹੈ। ਇਹ ਵਰਡ ਕਿੱਥੋਂ ਨਿਕਲਿਆ? ਵਿਦ ਤੋਂ, VID, ਵਿਦ ਤੋਂ ਦਾ ਨਿਕਲ ਕੇ ਆਇਆ ਵੇਦ। 4 ਤਰ੍ਹਾਂ ਦੇ ਵੇਦ ਨੇ, ਰਿਗਵੇਦਾ, ਸਮਵੇਦਾ, ਯਜੁਰਵੇਦਾ ਐਂਡ ਅਥਰਵਵੇਦਾ। ਈਚ ਵੇਦਾ ਇਜ਼ ਫਰਦਰ ਡਿਵਾਈਡ, ਇਹਨੂੰ ਅੱਗੇ ਅੱਗੇ ਕੈਟਾਗਰੀ ਦੇ ਵਿੱਚ ਵੰਡਿਆ, ਉਹਨੂੰ ਕੀ ਕਹਿੰਦੇ ਨੇ? ਸਮਤੀਜ਼ ਕਿਹਾ ਜਾਂਦਾ। ਰਿਗਵੇਦ ਸਭ ਤੋਂ ਪੁਰਾਣਾ ਟੈਕਸਟ ਹੈ ਇਹ ਸੰਸਾਰ ਦਾ। ਇਹਦੇ ਵਿੱਚ 128 ਸੂਤਕ ਨੇ। ਹਿਊਮਨਸ ਕਿਹਾ ਜਾਂਦਾ ਜਿਹਨੂੰ, 10 ਮੰਡਲ ਨੇ। ਜਿਹੜਾ 3rd ਮੰਡਲ ਉਹਦੇ ਵਿੱਚ ਕੀ ਹੈ? ਗਾਇਤਰੀ ਮੰਤਰ। ਸਮਵੇਦਾ ਕੀ ਹੈ? ਮਿਊਜ਼ਿਕ ਦੇ ਨਾਲ ਰਿਲੇਟਡ ਹੈ। ਇਹਦੇ 'ਚ ਕੀ ਹੈ? ਇਹਦੇ 'ਚ ਜਿਹੜਾ ਧਰੂਪਦ ਰਾਗ ਹੈ ਉਹ ਸਭ ਤੋਂ ਪੁਰਾਣਾ ਰਾਗ ਹੈ, ਠੀਕ ਹੈ। ਸਮਵੇਦਾ ਦੇ ਵਿੱਚ ਯਜੁਰਵੇਦਾ ਇਹ ਕਾਹਦੇ ਨਾਲ ਡੀਲ ਕਰਦਾ? ਯਜੁਰਵੇਦਾ ਜਿਵੇਂ ਆਪਣੇ ਕੋਈ ਜੱਗ ਵਗੈਰਾ ਕਰਨੇ ਹੈ ਨਾ, ਉਹਨਾਂ ਦੇ ਵਿੱਚ ਜਿਹੜੇ ਨਾਮ ਵਗੈਰਾ ਜਪਣੇ, ਜਿਹੜਾ ਸਿਸਟਮ ਹੁੰਦਾ ਇਹਨਾਂ ਦਾ ਉਹ ਸੀਗਾ। ਅਤੇ ਅਥਰਵੇਦਾ ਦੇ ਵਿੱਚ ਕੀ ਸੀ? ਜਿਹੜੇ ਰਿਚੁਅਲ ਵਰਸ਼ਿਪਸ ਹੁੰਦੀਆਂ ਸੀਗੀਆਂ, ਮਤਲਬ ਪੂਜਾ ਕਰਦੇ ਸੀਗੇ, ਮੰਤਰ ਵਗੈਰਾ, ਚੰਸ ਵਗੈਰਾ, ਅਤੇ ਜਾਂ ਜਿਵੇਂ ਦੇਵੀ ਸ਼ਕਤੀਆਂ ਵਗੈਰਾ ਦੇ ਵਿੱਚ ਸਾਰਾ ਈਵਲਸ ਵਗੈਰਾ ਦਾ ਹੁੰਦਾ ਸੀਗਾ ਸਿਸਟਮ। ਉਪਨਿਸ਼ਦ ਕੁੱਲ 108 ਉਪਨਿਸ਼ਦ ਨੇ, ਠੀਕ ਹੈ। ਇਹਦਾ ਮਤਲਬ ਉਪਨਿਸ਼ਦ ਦਾ ਮਤਲਬ ਹੁੰਦਾ ਟੂ ਸਿਟ ਨੀਅਰ ਦਾ ਸਮਨ, ਠੀਕ ਹੈ, ਆਪਦੇ ਗੁਰੂ ਦੇ ਨੇੜੇ ਬੈਠਣਾ ਸਿੱਖਣ ਦੇ ਲਈ। ਇਹਦਾ ਮਤਲਬ ਇਹ ਹੁੰਦਾ ਦੇ ਆਰ ਮੇਨ ਸੋਰਸ ਆਫ ਇੰਡੀਅਨ ਫਿਲੋਸਫੀ ਦਾ ਜਿਹੜਾ ਮੇਨ ਸੋਰਸ ਆ ਉਹ ਹੈਗਾ ਉਪਨਿਸ਼ਦ, ਠੀਕ ਹੈ। ਮੁੰਡਕ ਉਪਨਿਸ਼ਦ ਹੈ ਜਿਹਦੇ ਵਿੱਚੋਂ ਆਪਾਂ ਸੱਤਿਆਮੇਵ ਜਯਤੇ ਲਿਆ ਗਿਆ, ਠੀਕ ਹੈ। 6 ਵੇਦਾਂਗ ਨੇ, ਵੇਦਾਂਗ 6 ਨੇ। ਉਹਨਾਂ ਦੇ ਵਿੱਚੋਂ 2 ਇੰਪੋਰਟੈਂਟ ਜਿਹੜਾ ਵਿਆਕਰਨ ਕਦੇ ਨਾ ਡੀਲ ਕਰਦਾ ਗ੍ਰਾਮਰ ਦੇ ਨਾਲ। ਜੋਤਿਸ਼ਾ ਕਦੇ ਨਾ ਡੀਲ ਕਰਦਾ ਐਸਟਰੋਨੋਮੀ ਦੇ ਨਾਲ। ਐਪਿਕ ਦੇਰ ਆਰ 2 ਐਪਿਕ, ਇੱਥੇ 2 ਤਰ੍ਹਾਂ ਦੇ ਐਪਿਕ ਨੇ, ਮਤਲਬ ਸੰਗ੍ਰਹਿ ਆਪਣੇ ਕੋਲ ਜਿਹੜੇ ਹੈਗੇ ਨੇ। ਰਮਾਇਣਾ ਕਿਹਨੇ ਲਿਖੀ ਸੀ? ਵਾਲਮੀਕ ਜੀ ਨੇ। ਮਹਾਭਾਰਤ ਜਿਹੜੀ ਵੇਦ ਵਿਆਸ ਜੀ ਨੇ ਲਿਖੀ ਹੈ। ਜਿਹੜੀ ਮਹਾਭਾਰਤ ਹੈ ਰਮਾਇਣ ਤੋਂ ਵੀ ਪੁਰਾਣੀ ਹੈ। ਇਹ ਸਭ ਤੋਂ ਵੱਡਾ ਲੌਂਗ ਐਪਿਕ ਹੈ। ਇਹ ਟੋਟਲ 1 ਲੱਖ ਵਰਸਿਸ ਨੇ ਇਹਦੇ ਵਿੱਚ, ਠੀਕ ਹੈ। ਅੱਜ ਦੇ ਲਈ ਇੰਨਾ ਹੀ, ਧੰਨਵਾਦ।